I am Shivani Mehta from Government Senior Secondary School, Madu. Children, today we are going to revise 8th chapter of class 10, that is how do organisms reproduce. जीव प्रजनन किवें करदे हन। ਤਾਂ ਜੀਵ ਪ੍ਰਜਨਨ ਕਿਵੇਂ ਕਰਦੇ ਹਨ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਜਨਨ ਕੀ ਹੁੰਦਾ ਹੈ। ਜੀ ਹਾਂ, ਪ੍ਰਜਨਨ ਜੀਵਾਂ ਦੁਆਰਾ ਆਪਣੇ ਹੀ ਤਰ੍ਹਾਂ ਦੇ ਨਵੇਂ ਜੀਵ ਪੈਦਾ ਕਰਨ ਦੀ ਵਿਧੀ ਨੂੰ ਪ੍ਰਜਨਨ ਕਹਿੰਦੇ ਹਨ। ਦੋ ਤਰ੍ਹਾਂ ਦਾ ਹੁੰਦਾ ਹੈ, ਲਿੰਗੀ ਪ੍ਰਜਨਨ ਅਤੇ ਅਲਿੰਗੀ ਪ੍ਰਜਨਨ। प्रजनन क्यों करते हैं? Can you imagine a world where there would be no reproduction, जिथे प्रजनन ही ना हुंदा होवे? की होवेगा? जी हाँ, जे प्रजनन ही नहीं होवेगा तां इस दुनिया विचों सारियां स्पीशीज़ लुप्त हो जाणगियां। चाहे प्लांट्स दी होवे चाहे एनिमल्स दी, छोटी जां वड्डी हर स्पीशी लुप्त हो जावेगी। That's why reproduction is a very important and essential process. Then comes the topic of the different types of asexual reproduction. The first method which we are going to discuss is fission, मतलब विखंडन। विखंडन नाम तो ही स्पष्ट है कि विभाजन हो रहा है। विभाजन होके एक जीव दो ਜਾਂ ਵੱਧ ਜੀਵਾਂ ਵਿੱਚ ਵੱਧ ਜੀਵਾਂ ਨੂੰ ਜਨਮ ਦਿੰਦਾ ਹੈ। ਵਿਖੰਡਨ ਦੀ ਵਿਧੀ ਜ਼ਿਆਦਾਤਰ ਯੂਨੀਸੈਲੂਲਰ ਆਰਗੈਨਿਜ਼ਮਸ ਵਿੱਚ ਦੇਖਣ ਨੂੰ ਮਿਲਦੀ ਹੈ। ਵਿਖੰਡਨ ਦੋ ਤਰ੍ਹਾਂ ਦਾ ਹੁੰਦਾ ਹੈ, ਬਾਈਨਰੀ ਫਿਸ਼ਨ ਦੋ ਖੰਡਨ ਅਤੇ ਮਲਟੀਪਲ ਫਿਸ਼ਨ that is ਬਹੁਖੰਡਨ। ਬਾਈਨਰੀ ਫਿਸ਼ਨ ਵਿੱਚ ਇੱਕ ਜੀਵ ਦੋ ਵਿਭਾਜਿਤ ਹੋ ਕੇ ਦੋ ਜੀਵਾਂ ਵਿੱਚ ਵਿਕਸਿਤ ਹੁੰਦਾ ਹੈ। ਮਲਟੀਪਲ ਫਿਸ਼ਨ। ਮਲਟੀਪਲ ਫਿਸ਼ਨ ਵਿੱਚ ਡਿਊਰਿੰਗ ਅਨਫੇਵਰੇਬਲ ਕੰਡੀਸ਼ਨਸ, ਜਦੋਂ ਕੰਡੀਸ਼ਨਸ ਉਹਨਾਂ ਦੀ ਰਿਪਰੋਡਕਸ਼ਨ ਲਈ ਵਧੀਆ ਨਹੀਂ ਹੁੰਦੀਆਂ ਤਾਂ ਸੈਲਸ ਆਪਣੇ ਅਰਾਊਂਡ ਇੱਕ ਸਿਸਟ ਵਾਲ ਡਿਵੈਲਪ ਕਰ ਲੈਂਦਾ ਹੈ, ਇੱਕ ਹਾਰਡ ਕਵਰਿੰਗ ਬਣਾ ਲੈਂਦਾ ਹੈ ਅਤੇ ਉਸ ਦੇ ਅੰਦਰ ਹੀ ਨਿਊਕਲੀਅਸ 1 ਤੋਂ 2, 2 ਤੋਂ 4, 4 ਤੋਂ 8 ਅਤੇ ਇਸ ਤਰ੍ਹਾਂ ਵਿਭਾਜਿਤ ਹੁੰਦਾ ਰਹਿੰਦਾ ਹੈ। ਹੁਣ ਵੱਖ-ਵੱਖ ਕੇਂਦਰਕ ਆਪਣੇ ਅਰਾਊਂਡ ਸਾਈਟੋਪਲਾਜ਼ਮ ਗੈਦਰ ਕਰ ਲੈਂਦੇ ਹਨ ਅਤੇ ਉਹ ਸਾਈਟੋਪਲਾਜ਼ਮ ਸੈਲ ਵਾਲ ਸਿਕਰੀਟ ਕਰ ਲੈਂਦੇ ਹਨ। ਜਦੋਂ ਫੇਵਰੇਬਲ ਕੰਡੀਸ਼ਨਸ ਆਉਂਦੀਆਂ ਹਨ ਤਾਂ ਇਹ ਸੈਲ ਵਾਲ ਔਰ ਸਿਸਟ ਵਾਲ ਬ੍ਰੇਕ ਹੋ ਜਾਂਦੀ ਹੈ ਅਤੇ ਇਸ ਦੇ ਵਿੱਚੋਂ ਬਹੁਤ ਸਾਰੇ ਨਵੇਂ ਸੈੱਲ ਵਿਕਸਿਤ ਹੁੰਦੇ ਹਨ। ਬਾਈਨਰੀ ਫਿਸ਼ਨ ਦੀ ਐਗਜ਼ਾਮਪਲ ਹੈ ਚਿਲਡਰਨ ਅਮੀਬਾ, ਈਸਟ, ਯੂਗਲੀਨਾ, ਪੈਰਾਮੀਸ਼ੀਅਮ ਆਦਿ ਅਤੇ ਮਲਟੀਪਲ ਫਿਸ਼ਨ ਪਲਾਜ਼ਮੋਡੀਅਮ that is ਮਲੇਰੀਅਲ ਪੈਰਾਸਾਈਟ ਵਿੱਚ ਦੇਖਣ ਨੂੰ ਮਿਲਦਾ ਹੈ। The next type of is fragmentation, that is ਖੰਡ ਕਰਨਾ। ਸਿੰਪਲ ਮਲਟੀਸੈਲੂਲਰ ਆਰਗੈਨਿਜ਼ਮਸ ਵਿੱਚ ਰਿਪਰੋਡਕਸ਼ਨ ਦੀ ਇਹ ਵਿਧੀ ਦੇਖਣ ਨੂੰ ਸਾਹਮਣੇ ਆਉਂਦੀ ਹੈ ਜਿਸ ਵਿੱਚ ਇੱਕ ਜੀਵ ਕੁਝ ਭਾਗਾਂ ਵਿੱਚ ਬ੍ਰੇਕਅਪ ਹੋ ਜਾਂਦਾ ਹੈ ਅਤੇ ਹਰ ਭਾਗ ਇੱਕ ਨਵਾਂ ਜੀਵ ਬਣਾ ਦਿੰਦਾ ਹੈ, like Spirogyra, in lichens or in molds. The next type of asexual reproduction is regeneration, that is ਪੁਨਰਜਨਨ। Children, ਪੁਨਰਜਨਨ ਵਿੱਚ ਵੀ ਕੀ ਹੁੰਦਾ ਹੈ ਕਿ ਪਲੇਨੇਰੀਆ ਵਰਗੇ ਜੀਵ ਜੋ ਵਿਭਾਜਨ ਤੋਂ ਬਾਅਦ ਇਹਨਾਂ ਦਾ ਹਰ ਭਾਗ ਇੱਕ ਨਵਾਂ ਆਰਗੈਨਿਜ਼ਮ ਬਣਾ ਦਿੰਦਾ ਹੈ। ਤਾਂ ਤੁਸੀਂ ਕਹੋਗੇ ਕਿ ਰੀਜਨਰੇਸ਼ਨ ਅਤੇ ਫ੍ਰੈਗਮੈਂਟੇਸ਼ਨ ਵਿੱਚ ਕੀ ਫਰਕ ਹੋਇਆ? ਚਿਲਡਰਨ, ਫ੍ਰੈਗਮੈਂਟੇਸ਼ਨ ਅਸਲ ਵਿੱਚ ਰਿਪਰੋਡਕਸ਼ਨ ਦਾ ਇੱਕ ਮੈਥਡ ਹੈ, ਜਦੋਂ ਕਿ ਰੀਜਨਰੇਸ਼ਨ ਇੱਕ ਬਾਈ ਚਾਂਸ ਐਕਸੀਡੈਂਟਲੀ ਜਦੋਂ ਕੋਈ ਜੀਵ ਟੁੱਟ ਜਾਂਦਾ ਹੈ ਤਾਂ ਉਸਦੇ ਕੁਝ ਸੈਲਸ ਜਿਨ੍ਹਾਂ ਵਿੱਚ ਪ੍ਰੋਲੀਫਰੇਸ਼ਨ ਦੀ
ਸਮਰੱਥਾ ਹੁੰਦੀ ਹੈ ਉਹ ਨਵੇਂ ਸੈੱਲ, ਟਿਸ਼ੂਜ਼ ਅਤੇ ਕੰਪਲੀਟ ਆਰਗੇਨਿਜ਼ਮ ਬਣਾ ਦਿੰਦੇ ਹਨ। ਤੁਸੀਂ ਹੈਰਾਨ ਹੋਵੋਗੇ ਇਹ ਜਾਣ ਕੇ ਕਿ ਰੀਜਨਰੇਸ਼ਨ ਦੀ ਪਾਵਰ ਇਹਨਾਂ ਛੋਟੇ ਆਰਗੇਨਿਜ਼ਮਸ ਤੋਂ ਇਲਾਵਾ ਕੁਝ ਹਾਇਰ ਆਰਗੇਨਿਜ਼ਮਸ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਓਕੇ, ਮੇਰੇ ਹਿਸਾਬ ਨਾਲ ਸਾਰਿਆਂ ਨੇ ਆਪਣੇ ਘਰਾਂ ਵਿੱਚ ਛਿਪਕਲੀ ਜ਼ਰੂਰ ਵੇਖੀ ਹੋਵੇਗੀ। ਜਦੋਂ ਅਸੀਂ ਉਹਨੂੰ ਭਜਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਈ ਵਾਰ ਕੀ ਹੁੰਦਾ ਹੈ ਨਾ ਕਿ ਉਹ ਆਪਣੀ ਪੂੰਛ ਛੱਡ ਕੇ ਭੱਜ ਜਾਂਦੀ ਹੈ, ਪਰ ਜਦੋਂ ਥੋੜੇ ਦਿਨਾਂ ਪਿੱਛੋਂ ਆਪਾਂ ਦੁਬਾਰਾ ਵੇਖਦੇ ਹਾਂ ਉਸੇ ਛਿਪਕਲੀ ਨੂੰ, ਉਸਦੀ ਨਵੀਂ ਪੂੰਛ ਆ ਜਾਂਦੀ ਹੈ। ਇਹ ਕਿਉਂ ਹੁੰਦਾ ਹੈ? ਕਿਉਂਕਿ ਉਸਦੇ ਵਿੱਚ, ਛਿਪਕਲੀ ਦੇ ਵਿੱਚ ਆਪਣੀ ਪੂੰਛ ਨੂੰ ਰੀਜਨਰੇਟ ਕਰਨ ਦੀ ਪਾਵਰ ਹੁੰਦੀ ਹੈ। ਪਰ ਪੂਰੀ ਛਿਪਕਲੀ ਜੇ ਮਰ ਜਾਏਗੀ ਉਹ ਰੀਜਨਰੇਟ ਨਹੀਂ ਹੋ ਸਕਦੀ, ਕੇਵਲ ਉਸਦੀ ਪੂੰਛ ਜਾਂ ਫਿਰ ਉਸਦੀਆਂ ਲਿੰਬਸ ਰੀਜਨਰੇਟ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਹਿਊਮਨ ਬੀਇੰਗਸ ਵਿੱਚ ਵੀ ਇੱਕ ਅਜਿਹਾ ਆਰਗਨ ਹੈ ਜੋ ਕਿ ਰੀਜਨਰੇਟ ਕਰ ਸਕਦਾ ਹੈ। ਟੀਚਰਸ ਨੇ ਜ਼ਰੂਰ ਦੱਸਿਆ ਹੋਵੇਗਾ ਬੱਚਿਓ। ਜੀ ਹਾਂ, ਲਿਵਰ ਇੱਕ ਅਜਿਹਾ ਆਰਗਨ ਹੈ ਜੋ ਕਿ ਜੇਕਰ ਐਕਸੀਡੈਂਟਲੀ ਡੈਮੇਜ ਹੋ ਜਾਵੇ ਤਾਂ ਉਸਦਾ ਕੁਝ ਬਚਿਆ ਹੋਇਆ ਭਾਗ ਨਵੇਂ ਲਿਵਰ ਨੂੰ ਵਿਕਸਿਤ ਕਰ ਸਕਦਾ ਹੈ, ਰੀਜਨਰੇਟ ਕਰ ਸਕਦਾ ਹੈ। Then the next type of asexual reproduction is budding. Bud, ਸਮਝ ਰਹੇ ਹੋ? ਕਲੀ, ਫੁੱਲਾਂ ਦੀਆਂ ਕਲੀਆਂ ਤਾਂ ਸਾਰਿਆਂ ਨੇ ਜ਼ਰੂਰ ਵੇਖੀਆਂ ਹੋਣਗੀਆਂ। ਤਾਂ ਕੁਝ ਸਮਾਲ ਆਰਗੇਨਿਜ਼ਮਸ ਵਿੱਚ ਜਿਵੇਂ ਈਸਟ, ਹਾਈਡਰਾ ਵਿੱਚ ਉਹਨਾਂ ਦੀ ਪੈਰੈਂਟ ਬਾਡੀ ਤੇ ਇੱਕ ਬਡ ਡਿਵੈਲਪ ਹੋ ਜਾਂਦੀ ਹੈ, ਇੱਕ ਕਲੀ ਉਗ ਜਾਂਦੀ ਹੈ ਜੋ ਕਿ ਪੈਰੈਂਟ ਬਾਡੀ ਤੋਂ ਡਿਟੈਚ ਹੋ ਕੇ ਇੱਕ ਨਵਾਂ ਆਰਗੇਨਿਜ਼ਮ ਬਣਾਉਂਦੀ ਹੈ। ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਚਿਲਡਰਨ ਕਿ ਕਿਵੇਂ ਈਸਟ ਦੇ ਉੱਤੇ ਨਵੀਆਂ ਬਡਸ ਡਿਵੈਲਪ ਹੋ ਰਹੀਆਂ ਹਨ ਅਤੇ ਉਹ ਬ੍ਰੇਕਅਪ ਹੋ ਕੇ ਨਵੇਂ ਸੈੱਲ ਵਿੱਚ ਚੇਂਜ ਹੋ ਰਹੀਆਂ ਹਨ। ਆਫ asexual reproduction which is spore formation, ਬੀਜਾਣੂ ਬਣਨਾ। ਆਪਾਂ ਸਾਰਿਆਂ ਨੇ ਕਦੇ ਨਾ ਕਦੇ ਘਰ ਵਿੱਚ ਉੱਲੀ ਲੱਗੀ ਬ੍ਰੈਡ ਜਾਂ ਉੱਲੀ ਲੱਗੀ ਰੋਟੀ ਜ਼ਰੂਰ ਵੇਖੀ ਹੋਵੇਗੀ। ਦੇਖੀ ਹੈ ਨਾ? ਕੀ ਹੁੰਦਾ ਹੈ ਉਹ? ਦਰਅਸਲ ਉਹ ਪਾਊਡਰ ਜਿਹੜਾ ਹੁੰਦਾ ਹੈ ਉਹ ਉਸ ਉੱਲੀ ਦੇ ਰਾਈਜ਼ੋਪਸ ਦੇ ਸਪੋਰਸ ਹੁੰਦੇ ਹਨ। ਇਹ ਸਪੋਰਸ ਜਿਵੇਂ ਹੀ ਇਹਨਾਂ ਨੂੰ ਫੇਵਰੇਬਲ ਕੰਡੀਸ਼ਨਸ ਮਿਲਦੀਆਂ ਹਨ, ਨਮੀ ਮਿਲਦੀ ਹੈ, ਤਾਪ ਮਿਲਦਾ ਹੈ, ਤਾਂ ਗਰੋ ਕਰਕੇ, ਜਰਮੀਨੇਟ ਕਰਕੇ ਪੂਰੀ ਬਾਡੀ ਸਪੋਰੈਂਜੀਓਫੋਰ ਅਤੇ ਸਪੋਰੈਂਜੀਅਮ ਸਹਿਤ ਡਿਵੈਲਪ ਕਰ ਲੈਂਦੀਆਂ ਹਨ। ਸਪੋਰੈਂਜੀਅਮ ਦੇ ਵਿੱਚ ਦੁਬਾਰਾ ਤੋਂ ਬਹੁਤ ਸਾਰੇ ਸਪੋਰਸ ਜਿਹੜੇ ਹਨ ਉਹ ਬਣ ਜਾਂਦੇ ਹਨ। For example, bread molds. Then comes the next method of asexual reproduction. Children, please ਧਿਆਨ ਦਿਓ, this is very important ਕਿਉਂਕਿ ਇਹ ਮੈਥਡ ਪਲਾਂਟਸ ਵਿੱਚ asexual reproduction ਦਾ ਹੈ ਜਿਸ ਨੂੰ ਕਾਇਕ ਪ੍ਰਜਨਨ ਕਹਿੰਦੇ ਹਨ। ਕਾਇਕ ਪ੍ਰਜਨਨ ਦਾ ਇਹ ਮੈਥਡ ਪਲਾਂਟਸ ਵਿੱਚ ਵੇਖਣ ਨੂੰ ਮਿਲਦਾ ਹੈ। ਕੁਝ ਪਲਾਂਟਸ ਸਟੈਮ, ਰੂਟ ਜਾਂ ਲੀਫ ਤੋਂ ਹੀ ਨਵੇਂ ਪੌਦੇ ਵਿੱਚ ਵਿਕਸਿਤ ਹੋ ਜਾਂਦੇ ਹਨ। ਸਟੈਮ ਵਿੱਚ ਜਿਵੇਂ ਕਿ ਚਿਲਡਰਨ ਰੋਜ਼, ਸਾਰੇ ਨੇ ਜ਼ਰੂਰ ਵੇਖਿਆ ਹੋਵੇਗਾ ਕਿ ਰੋਜ਼ ਕਿਵੇਂ ਉਗਾਇਆ ਜਾਂਦਾ ਹੈ। ਰੋਜ਼ ਦੀਆਂ ਕਲੀਆਂ ਲਗਾਈਆਂ ਜਾਂਦੀਆਂ ਹਨ। ਉਹ ਕਲੀਆਂ ਕੀ ਹੁੰਦੀਆਂ ਹਨ? ਰੋਜ਼ ਦੀ ਸਟੈਮ ਦੀ ਕਟਿੰਗ ਕਰਕੇ ਮਿੱਟੀ ਵਿੱਚ ਲਗਾ ਦਿੱਤੀ ਜਾਂਦੀ ਹੈ ਅਤੇ ਉਹ ਸਟੈਮ ਹੀ ਥੋੜੇ ਦਿਨਾਂ ਪਿੱਛੋਂ ਰੂਟਿੰਗ ਕਰਦੀ ਹੈ, ਉਸੇ ਦੇ ਉੱਪਰ ਨਵੇਂ ਪੱਤੇ ਆਉਣ ਲੱਗ ਜਾਂਦੇ ਹਨ ਅਤੇ ਨਵਾਂ ਪੌਦਾ ਵਿਕਸਿਤ ਹੋ ਜਾਂਦਾ ਹੈ। ਐਵੇਂ ਹੁੰਦਾ ਹੈ ਨਾ? ਦੈਨ ਚਿਲਡਰਨ, ਰੂਟਸ ਨਾਲ ਡੇਲੀਆ ਦੇ ਫਲਾਵਰਸ ਆਪਾਂ ਜ਼ਿਆਦਾਤਰ ਸਰਦੀਆਂ ਵਿੱਚ ਆਪਣੇ ਘਰਾਂ ਵਿੱਚ ਦੇਖਣ ਨੂੰ ਮਿਲਦੇ ਹਨ। ਹੁਣ ਪੇਰੈਂਟਸ ਕੀ ਕਰਦੇ ਹਨ ਆਪਣੇ ਕਿ ਡੇਲੀਏ ਦੀਆਂ ਰੂਟਸ ਨੂੰ ਸਾਂਭ ਕੇ ਰੱਖ ਲੈਂਦੇ ਹਨ ਅਗਲੇ ਸੀਜ਼ਨ ਲਈ। ਫਿਰ ਉਹ ਰੂਟ ਦੁਬਾਰਾ ਲਗਾ ਦਿੰਦੇ ਹਨ ਅਗਲੇ ਸੀਜ਼ਨ ਵਿੱਚ ਅਤੇ ਨਵਾਂ ਪੌਦਾ ਵਿਕਸਿਤ ਹੋ ਜਾਂਦਾ ਹੈ। Then by leaves, this is very important children from examination point of view. Bryophyllum, ਪੱਥਰਚੱਟ ਇੱਕ ਅਜਿਹਾ ਪੌਦਾ ਹੈ ਜਿਸ ਦੇ ਪੱਤੇ ਉੱਤੇ ਛੋਟੀਆਂ-ਛੋਟੀਆਂ ਬਡਸ ਡਿਵੈਲਪ ਹੋ ਜਾਂਦੀਆਂ ਹਨ, ਬਹੁਤ ਸਾਰੀਆਂ। ਇਹ ਬਡਸ ਗਿਰ ਕੇ ਨਵੇਂ ਪੌਦੇ ਵਿੱਚ ਵਿਕਸਿਤ ਹੋ ਜਾਂਦੀਆਂ ਹਨ। ਆਮ ਕਰਕੇ ਇਹ
ਮੌਨਸੂਨ ਦੇ ਸੀਜ਼ਨ ਵਿੱਚ ਵੇਖਣ ਨੂੰ ਮਿਲਦਾ ਹੈ। Then children, what are the merits of vegetative propagation? Vegetative propagation ਕਾਇਕ ਪ੍ਰਜਨਨ ਜਾਂ ਪੌਦਿਆਂ ਵਿੱਚ asexual reproduction ਦੇ ਪੌਦਿਆਂ ਲਈ ਕੀ ਫਾਇਦੇ ਹਨ? ਇਹ ਵਿਧੀ ਉਹ ਪੌਦੇ ਲਗਾਉਣ ਲਈ ਉਪਯੋਗੀ ਹੈ ਜੋ ਜਾਂ ਤਾਂ ਬੀਜ ਪੈਦਾ ਕਰਨ ਦੀ ਸਮਰੱਥਾ ਖੋ ਚੁੱਕੇ ਹਨ ਜਾਂ ਫਿਰ ਉਹਨਾਂ ਵਿੱਚ ਜਿਹੜੇ ਬੀਜ ਬਣਦੇ ਹਨ ਉਹ ਵਾਇਬਲ ਨਹੀਂ ਹੁੰਦੇ, ਉਹ ਬਚਦੇ ਨਹੀਂ ਹਨ ਅਤੇ ਉਹ ਜਰਮੀਨੇਟ ਨਹੀਂ ਕਰ ਸਕਦੇ। ਦੂਜਾ ਫਾਇਦਾ ਇਹ ਹੈ ਕਾਇਕ ਪ੍ਰਜਨਨ ਦਾ ਕਿ ਜਿਹੜੇ ਜੀਵ ਕਾਇਕ ਪ੍ਰਜਨਨ ਦੁਆਰਾ, ਜਿਹੜੇ ਪੌਦੇ ਕਾਇਕ ਪ੍ਰਜਨਨ ਦੁਆਰਾ ਪੈਦਾ ਕੀਤੇ ਜਾਂਦੇ ਹਨ ਉਹਨਾਂ ਵਿੱਚ ਫੁੱਲ ਅਤੇ ਫਲ ਨਾਰਮਲ ਰਿਪਰੋਡਕਸ਼ਨ ਦੁਆਰਾ ਪੈਦਾ ਕੀਤੇ ਗਏ ਪੌਦਿਆਂ ਨਾਲੋਂ ਜਲਦੀ ਆਉਂਦੇ ਹਨ, ਤਾਂ ਸਾਨੂੰ ਜਲਦੀ ਫਸਲ ਮਿਲ ਜਾਂਦੀ ਹੈ ਅਤੇ ਉਹ ਬਿਲਕੁਲ ਆਪਣੇ ਪੈਰੈਂਟ ਪਲਾਂਟ ਵਰਗੇ ਹੀ ਹੁੰਦੇ ਹਨ। Then comes children, ਲਿੰਗੀ ਪ੍ਰਜਨਨ, sexual reproduction. This is another very important topic in this chapter, children. So please pay attention, please concentrate. ਇਸ ਵਿਧੀ ਰਾਹੀਂ ਨਵੇਂ ਜੀਵ ਪੈਦਾ ਕਰਨ ਲਈ ਜਾਂ ਨਵੀਂ ਸੰਤਾਨ ਪੈਦਾ ਕਰਨ ਲਈ ਦੋ ਵਿਅਕਤੀ, ਨਰ ਅਤੇ ਮਾਦਾ ਦੋਵਾਂ ਦੀ ਜ਼ਰੂਰਤ ਹੁੰਦੀ ਹੈ। ਹੁਣ ਅਸੀਂ ਸਭ ਤੋਂ ਪਹਿਲਾਂ ਸੈਕਸ਼ੂਅਲ ਰਿਪਰੋਡਕਸ਼ਨ ਇੱਕ ਪਲਾਂਟ ਵਿੱਚ ਪੜਾਂਗੇ। ਇੱਕ ਫੁੱਲ ਵਿੱਚ ਕੀ ਹੁੰਦਾ ਹੈ? ਇੱਕ ਪਲਾਂਟ ਵਿੱਚ ਫੁੱਲ ਹੀ ਉਸਦਾ ਰਿਪਰੋਡਕਟਿਵ ਆਰਗਨ ਹੁੰਦਾ ਹੈ। ਫੁੱਲ ਦੋ ਤਰ੍ਹਾਂ ਦੇ ਹੋ ਸਕਦੇ ਹਨ, ਇੱਕ ਲਿੰਗੀ ਅਤੇ ਦੋ ਲਿੰਗੀ ਫਲਾਵਰਸ। ਇੱਕ ਲਿੰਗੀ ਫੁੱਲ यूनिसेक्सुअल फ्लावर, यूनी मतलब एक, सैक्सुअल लिंग मतलब ਉਹ ਫੁੱਲ ਜਿਨ੍ਹਾਂ ਵਿੱਚ ਇੱਕ ਹੀ ਲਿੰਗ ਪਾਇਆ ਜਾਂਦਾ ਹੈ, ਜਾਂ ਤਾਂ ਇਸਤਰੀ ਕੇਸਰ ਜਾਂ ਫਿਰ ਪੁਕੇਸਰ, either stamen or carpel. Whereas in case of bisexual flowers, ਦੋ ਲਿੰਗੀ ਫੁੱਲਾਂ ਵਿੱਚ both stamen and carpels are present in the same flower. ਉਦਾਹਰਣ ਹੈ children, ਇੱਕ ਲਿੰਗੀ ਫੁੱਲ ਹਨ ਪਪੀਤਾ, ਤਰਬੂਜ ਆਦਿ ਵਿੱਚ ਅਤੇ ਬਾਈਸੈਕਸ਼ੂਅਲ ਫਲਾਵਰਸ ਹਨ ਹਿਬਿਸਕਸ, ਐਪਲ, ਮੈਂਗੋ and many more. Then children, what are the different parts of a flower? Here we'll discuss the structure of a flower. ਇੱਕ ਫੁੱਲ ਵਿੱਚ ਆਮ ਕਰਕੇ 4 ਮੇਨ ਭਾਗ ਹੁੰਦੇ ਹਨ। ਸਭ ਤੋਂ ਬਾਹਰ ਉਸ ਦੀਆਂ ਹਰੀਆਂ ਪੱਤੀਆਂ ਹੁੰਦੀਆਂ ਹਨ। ਹਰੀਆਂ ਪੱਤੀਆਂ ਨੂੰ ਸੈਪਲਸ ਕਹਿੰਦੇ ਹਨ। ਇਹ ਸੈਪਲਸ ਪਲਾਂਟ ਨੂੰ, ਫਲਾਵਰ ਨੂੰ ਡਿਊਰਿੰਗ ਬਡ ਕੰਡੀਸ਼ਨ ਪ੍ਰੋਟੈਕਟ ਕਰਕੇ ਰੱਖਦੀਆਂ ਹਨ। Then comes the colorful part which attracts us, ਹੈ ਨਾ, ਜਿਸ ਨੂੰ ਦੇਖ ਕੇ ਅਸੀਂ ਕਹਿੰਦੇ ਵੀ ਹਾਂ ਇਹ ਫੁੱਲ ਹੈ। ਉਹ ਕਲਰਫੁਲ ਪਾਰਟ ਕੀ ਹੈ ਚਿਲਡਰਨ? ਉਹ ਪੈਟਲਸ ਹਨ ਜਾਂ ਅਸੀਂ ਉਹਨਾਂ ਨੂੰ ਰੰਗਦਾਰ ਪੱਤੀਆਂ ਵੀ ਕਹਿੰਦੇ ਹਾਂ। Then comes the reproductive organs. The main reproductive organs of a flower are stamen and carpel. Stamen ਦੋ ਭਾਗਾਂ ਨੂੰ ਮਿਲਾ ਕੇ ਬਣਿਆ ਹੁੰਦਾ ਹੈ, ਐਂਥਰ ਅਤੇ ਫਿਲਾਮੈਂਟ। ਐਂਥਰ ਦੇ ਵਿੱਚ ਪਰਾਗ ਕਣ ਹੁੰਦੇ ਹਨ ਜੋ ਕਿ ਜਦ ਤੁਸੀਂ ਟੱਚ ਕਰਦੇ ਹੋ ਤਾਂ ਯੈਲੋ ਪਾਊਡਰੀ ਮਾਸ ਜਿਹਾ ਤੁਹਾਡੇ ਹੱਥ ਵਿੱਚ ਆ ਜਾਂਦਾ ਹੈ। Then comes the ਇਸਤਰੀ ਕੇਸਰ ਜੋ ਕਿ 3 ਭਾਗਾਂ ਨੂੰ ਮਿਲਾ ਕੇ ਬਣਿਆ ਹੁੰਦਾ ਹੈ, ਨਿਚਲਾ swollen portion, ovary, ਅੰਡਕੋਸ਼। Then comes the elongated style ਔਰ ਸਭ ਤੋਂ ਉੱਪਰ ਉਸਦਾ ਰਿਸੈਪਟਿਵ ਪੋਰਸ਼ਨ ਸਟਿਗਮਾ। ਉਹ ਥੋੜਾ ਜਿਹਾ ਚਿਪਚਿਪਾ ਹੁੰਦਾ ਹੈ, ਕਿਉਂ? ਤਾਂ ਜੋ ਜਦੋਂ ਪਰਾਗ ਕਣ ਉਸਦੇ ਉੱਪਰ ਗਿਰਨ ਤਾਂ ਉਹ ਉਸਦੇ ਉੱਤੇ ਚਿਪਕੇ ਰਹਿ ਜਾਣ। So after the structure of flower children, here comes a reproduction in flower. Now watch this video. ਇਸ ਵੀਡੀਓ ਵਿੱਚ ਅਸੀਂ ਫਲਾਵਰ ਦੀ ਸੈਕਸ਼ੂਅਲ ਰਿਪਰੋਡਕਸ਼ਨ ਬਾਰੇ ਪੜਾਂਗੇ। ਇੱਕ ਫੁੱਲ ਦੇ ਵੱਖ-ਵੱਖ ਭਾਗ ਹੁੰਦੇ ਹਨ ਚਿਲਡਰਨ। ਅਸੀਂ ਡਿਸਕਸ ਕੀਤਾ ਸੈਪਲਸ, ਪੈਟਲਸ,
ਸਟੇਮਨਸ ਅਤੇ ਕਾਰਪਲਸ। ਪੁਕੇਸਰ ਅਤੇ ਇਸਤਰੀ ਕੇਸਰ ਫੁੱਲ ਦੇ ਪੁਨਰ ਜਨਨ ਵਿੱਚ ਭਾਗ ਲੈਂਦੇ ਹਨ। ਫੁੱਲ ਇੱਕ ਲਿੰਗੀ ਹੋ ਸਕਦੇ ਹਨ, ਜਿਵੇਂ ਕਿ ਪਪੀਤਾ ਅਤੇ ਕਰੇਲਾ, ਜਾਂ ਦੋ ਲਿੰਗੀ ਹੋ ਸਕਦੇ ਹਨ, ਜਿਵੇਂ ਕਿ ਹਿਬਿਸਕਸ ਅਤੇ ਸਰੋਂ ਦੇ ਫੁੱਲ। ਪੁਕੇਸਰ ਫੁੱਲ ਦਾ ਨਰ ਜਣਨ ਅੰਗ ਹੈ ਜੋ ਕਿ ਪਰਾਗ ਕਣ ਬਣਾਉਂਦਾ ਹੈ। ਇਸਤਰੀ ਕੇਸਰ ਫੁੱਲ ਦੇ ਕੇਂਦਰਕ ਵਿੱਚ ਮੌਜੂਦ ਹੁੰਦਾ ਹੈ ਜੋ 3 ਭਾਗਾਂ ਤੋਂ ਬਣਿਆ ਹੁੰਦਾ ਹੈ: ਓਵਰੀ, ਸਟਾਈਲ ਅਤੇ ਸਟਿਗਮਾ। ਅੰਡਕੋਸ਼ ਵਿੱਚ ਓਵਰੀ ਵਿੱਚ ਬੀਜ ਅੰਡ ਪਾਏ ਜਾਂਦੇ ਹਨ ਅਤੇ ਹਰ ਇੱਕ ਬੀਜ ਅੰਡ ਵਿੱਚ ਇੱਕ ਅੰਡ ਸੈੱਲ ਹੁੰਦਾ ਹੈ। ਪਰਾਗਕਣ ਦੁਆਰਾ ਉਤਪਾਦਿਤ ਨਰ ਜਣਨ ਸੈੱਲ ਬੀਜ ਅੰਡ ਵਿੱਚ ਮੌਜੂਦ ਮਾਦਾ ਜਣਨ ਸੈੱਲ ਨਾਲ ਮਿਲ ਕੇ ਨਿਸ਼ੇਚਨ ਕਰਦਾ ਹੈ ਅਤੇ ਯੁਗਮਜ ਬਣਾਉਂਦਾ ਹੈ, ਜਿਸ ਵਿੱਚ ਨਵੇਂ ਪੌਦੇ ਵਿੱਚ ਵਿਕਸਿਤ ਹੋਣ ਦੀ ਸਮਰੱਥਾ ਹੁੰਦੀ ਹੈ। ਇਸ ਲਈ ਪਰਾਗਕਣਾਂ ਦਾ ਪੁਕੇਸਰ ਤੋਂ ਸਟਿਗਮਾ ਤੱਕ ਪਰਿਵਹਨ ਜ਼ਰੂਰੀ ਹੁੰਦਾ ਹੈ। ਜਦੋਂ ਇੱਕ ਫੁੱਲ ਦੇ ਪਰਾਗਕਣ ਦੂਜੇ ਫੁੱਲ ਦੇ ਸਟਿਗਮਾ ਉੱਤੇ ਪਰਿਵਹਨ ਕਰਦੇ ਹਨ ਤਾਂ ਉਸ ਨੂੰ ਪਰਪਰਾਗਣ ਕਹਿੰਦੇ ਹਨ, ਅਤੇ ਜੇਕਰ ਪਰਾਗਕਣਾਂ ਦਾ ਇਹ ਪਰਿਵਹਨ ਉਸੇ ਫੁੱਲ ਦੇ ਸਟਿਗਮਾ ਉੱਤੇ ਹੁੰਦਾ ਹੈ ਤਾਂ ਇਸ ਨੂੰ ਸਵੈ ਪਰਾਗਣ ਕਿਹਾ ਜਾਂਦਾ ਹੈ। ਇੱਕ ਫੁੱਲ ਤੋਂ ਦੂਜੇ ਫੁੱਲ ਦੇ ਪਰਾਗਕਣਾਂ ਤੱਕ ਇਹ ਪਰਿਵਹਨ ਏਜੰਟਸ ਜਿਵੇਂ ਕਿ ਪਾਣੀ, ਹਵਾ ਅਤੇ ਵੱਖ-ਵੱਖ ਜੀਵਾਂ ਰਾਹੀਂ ਹੁੰਦਾ ਹੈ। ਹੁਣ ਪਰਿਵਹਨ ਤੋਂ ਬਾਅਦ ਕੀ ਹੁੰਦਾ ਹੈ ਚਿਲਡਰਨ, ਕਿ ਜਦੋਂ ਪਰਾਗਕਣ ਪੋਲਨ ਗ੍ਰੇਨ ਸਟਿਗਮਾ ਦੇ ਉੱਤੇ ਆ ਕੇ ਡਿੱਗ ਜਾਂਦੇ ਹਨ ਤਾਂ ਪੋਲਨ ਗ੍ਰੇਨਸ ਇੱਕ ਲੰਬੀ ਟਿਊਬ ਬਣਾਉਂਦੇ ਹਨ ਜੋ ਕਿ ਅੰਡਕੋਸ਼ ਤੱਕ ਜਾਂਦੀ ਹੈ। ਅੰਡਕੋਸ਼ ਵਿੱਚ ਬੀਜ ਅੰਡ ਵਿੱਚ ਮਾਦਾ ਜਣਨ ਸੈੱਲ ਹੁੰਦਾ ਹੈ ਅਤੇ ਪੋਲਨ ਟਿਊਬ ਨਰ ਜਣਨ ਸੈੱਲ ਲੈ ਕੇ ਆਉਂਦੀ ਹੈ। ਦੋਵਾਂ ਵਿੱਚ ਨਿਸ਼ੇਚਨ ਹੁੰਦਾ ਹੈ ਅਤੇ ਨਵਾਂ ਜ਼ਾਈਗੋਟ ਬਣਦਾ ਹੈ। ਇਹ ਜ਼ਾਈਗੋਟ ਹੀ ਹੈ ਜੋ ਕਿ ਨਵੇਂ ਪੌਦੇ ਵਿੱਚ ਪੈਦਾ ਹੋਣ ਦੀ ਸਮਰੱਥਾ ਰੱਖਦਾ ਹੈ। ਔਰ ਚਿਲਡਰਨ, ਰਿਪਰੋਡਕਸ਼ਨ ਤੋਂ ਬਾਅਦ ਕੀ ਹੁੰਦਾ ਹੈ, ਨਿਸ਼ੇਚਨ ਤੋਂ ਬਾਅਦ ਕੀ ਹੁੰਦਾ ਹੈ, ਜਿਹੜਾ ਅੰਡਕੋਸ਼ ਹੈ ਜੋ ਓਵਰੀ ਹੈ ਉਹ ਇੱਕ ਨਵਾਂ ਫਲ ਬਣਾ ਦਿੰਦੀ ਹੈ ਅਤੇ ਉਸ ਦੇ ਅੰਦਰ ਦੇ ਬੀਜ ਅੰਡ ਓਵਿਊਲਸ ਸੀਡਸ ਬਣਾ ਦਿੰਦੇ ਹਨ। ਹੁਣ ਬੱਚਿਓ, another very important question which can be asked is the difference between pollination and fertilization। ਪਰਾਗਣ ਕਿਰਿਆ ਅਤੇ ਨਿਸ਼ੇਚਨ ਕਿਰਿਆ ਵਿੱਚ ਕੀ ਅੰਤਰ ਹੈ? ਪਰਾਗਣ ਕਿਰਿਆ ਕੀ ਹੈ? ਪਰਾਗ ਕਣਾਂ ਦਾ ਪਰਾਗ ਕੋਸ਼ ਤੋਂ ਪੁਕੇਸਰ ਤੋਂ ਇਸਤਰੀ ਕੇਸਰ ਦੇ ਸਟਿਗਮਾ ਤੱਕ ਦਾ ਪਰਿਵਹਨ ਪਰਾਗਣ ਕਹਿਲਾਉਂਦਾ ਹੈ। ਪਰਾਗਣ ਕਿਰਿਆ ਜਣਨ ਕਿਰਿਆ ਦਾ ਪਹਿਲਾ ਚਰਨ ਹੈ। ਪਰਾਗਣ ਦੋ ਤਰ੍ਹਾਂ ਦਾ ਹੁੰਦਾ ਹੈ ਚਿਲਡਰਨ, ਸਵੈ ਪਰਾਗਣ ਅਤੇ ਪਰਪਰਾਗਣ। ਨਿਸ਼ੇਚਨ ਕਿਰਿਆ ਕੀ ਹੁੰਦੀ ਹੈ? ਜਦੋਂ ਨਰ ਜਣਨ ਸੈੱਲ ਅਤੇ ਮਾਦਾ ਜਣਨ ਸੈੱਲ ਮਿਲ ਕੇ ਯੁਗਮਜ ਬਣਾਉਂਦੇ ਹਨ, ਇਸ ਕਿਰਿਆ ਨੂੰ ਨਿਸ਼ੇਚਨ ਕਿਹਾ ਜਾਂਦਾ ਹੈ। ਨਿਸ਼ੇਚਨ ਕਿਰਿਆ ਰਿਪਰੋਡਕਸ਼ਨ ਦਾ ਦੂਸਰਾ ਚਰਨ ਹੈ। ਨਿਸ਼ੇਚਨ ਕਿਰਿਆ ਵੀ ਦੋ ਤਰ੍ਹਾਂ ਦੀ ਹੁੰਦੀ ਹੈ। ਕਿਹੜੀ? ਅੰਦਰੂਨੀ ਨਿਸ਼ੇਚਨ ਅਤੇ ਬਾਹਰੀ ਨਿਸ਼ੇਚਨ। ਅੰਦਰੂਨੀ ਨਿਸ਼ੇਚਨ is quite common children in all the higher organisms we see ਅੰਦਰੂਨੀ ਨਿਸ਼ੇਚਨ ਜਾਂ ਇਨਰ ਫਰਟੀਲਾਈਜੇਸ਼ਨ, ਜਦ ਕਿ ਐਕਸਟਰਨਲ ਫਰਟੀਲਾਈਜੇਸ਼ਨ ਜੋ ਹੈ ਉਹ ਪੌਦਿਆਂ ਵਿੱਚੋਂ ਬ੍ਰਾਇਓਫਾਈਟਸ ਵਿੱਚ ਵੇਖਣ ਨੂੰ ਮਿਲਦੀ ਹੈ ਅਤੇ ਜੰਤੂਆਂ ਵਿੱਚ ਫਰੌਗਸ ਵਿੱਚ ਵੇਖਣ ਨੂੰ ਮਿਲਦੀ ਹੈ। ਕੀ ਹੁੰਦਾ ਹੈ ਕਿ ਮੇਲ ਅਤੇ ਫੀਮੇਲ ਆਪਣੇ ਆਪਣੇ ਗੈਮੀਟਿਕ ਸੈਲਸ ਸਪਰਮਸ ਅਤੇ ਓਵਮ ਵਾਟਰ ਵਿੱਚ ਰਿਲੀਜ਼ ਕਰ ਦਿੰਦੇ ਹਨ ਅਤੇ ਬਾਈ ਚਾਂਸ ਜਦੋਂ ਉਹ ਇੱਕ ਦੂਜੇ ਨੂੰ ਮਿਲਦੇ ਹਨ ਤਾਂ ਨਿਸ਼ੇਚਨ ਦੀ ਕਿਰਿਆ ਹੁੰਦੀ ਹੈ। Then children, before we proceed further to the sexual reproduction, let's revise the different parts of a flower. ਦੇਖੋ ਬੱਚਿਓ, ਫਲਾਵਰ ਵਿੱਚ ਅਸੀਂ ਕੀਤਾ ਕਿ ਇਸ ਦੇ 4 ਭਾਗ ਹਨ। ਹੁਣ ਤੁਸੀਂ ਮੈਨੂੰ ਦੱਸੋ ਕਿ ਇਹ ਇਸ ਦੀਆਂ ਹਰੀਆਂ ਪੱਤੀਆਂ ਨੂੰ ਕੀ ਕਹਿੰਦੇ ਹਨ? ਕੀ ਕਿਹਾ ਜਾਂਦਾ ਹੈ? ਹਾਂ, ਸੋਚੋ। ਬਿਲਕੁਲ ਠੀਕ, ਇਹ ਹਰੀਆਂ ਪੱਤੀਆਂ ਹਨ ਸੈਪਲਸ।
ਦੈਨ ਬੇਟਾ ਇਹ ਜਿਹੜੀਆਂ ਉਸਦੇ ਰੰਗਦਾਰ ਪੱਤੀਆਂ ਹਨ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ? ਪੈਟਲਸ। ਯੈਸ। ਦੈਨ stamens are the male reproductive organs and carpels the female reproductive organs of a flower. Then children, let's move to sexual reproduction in human beings. This is read in two parts, ਨਰ ਜਣਨ ਪ੍ਰਣਾਲੀ ਅਤੇ ਮਾਦਾ ਪ੍ਰਜਨਨ ਪ੍ਰਣਾਲੀ। ਪਹਿਲਾਂ ਅਸੀਂ ਨਰ ਜਣਨ ਪ੍ਰਣਾਲੀ ਡਿਸਕਸ ਕਰਾਂਗੇ ਚਿਲਡਰਨ। ਨਰ ਪ੍ਰਜਨਨ ਪ੍ਰਣਾਲੀ ਜਾਂ ਨਰ ਜਣਨ ਪ੍ਰਣਾਲੀ ਕੀ ਹੈ? ਨਰ ਜਣਨ ਸੈੱਲਾਂ ਦਾ ਉਤਪਾਦਨ ਕਰਨ ਵਾਲੇ ਅੰਗ ਅਤੇ ਜਣਨ ਸੈੱਲਾਂ ਨੂੰ ਨਿਸ਼ੇਚਨ ਦੇ ਸਥਾਨ ਤੱਕ ਪਹੁੰਚਾਉਣ ਵਾਲੇ ਅੰਗ ਸੰਯੁਕਤ ਰੂਪ ਵਿੱਚ ਮਿਲ ਕੇ ਨਰ ਜਣਨ ਪ੍ਰਣਾਲੀ ਬਣਾਉਂਦੇ ਹਨ। Now look at the diagram children. ਕੀ ਹੁੰਦਾ ਹੈ? ਪਤਾਲੂ ਨਰ ਜਣਨ ਪ੍ਰਣਾਲੀ ਦਾ ਮੇਨ ਆਰਗਨ ਹਨ। ਪਤਾਲੂ ਥੈਲੀ ਵਿੱਚ ਸਥਿਤ ਹੁੰਦੇ ਹਨ ਜੋ ਕਿ ਪੇਟ ਖੋੜ ਤੋਂ ਬਾਹਰ ਸਥਿਤ ਹੁੰਦੀ ਹੈ। ਕਿਉਂ? ਕਿਉਂਕਿ ਸ਼ੁਕਰਾਣੂਆਂ ਦੇ ਨਿਰਮਾਣ ਲਈ ਲੋੜੀਂਦਾ ਤਾਪਮਾਨ ਬਾਡੀ ਦੇ ਤਾਪਮਾਨ ਤੋਂ 2 ਤੋਂ 2.5 ਡਿਗਰੀ ਤੱਕ ਘੱਟ ਹੁੰਦਾ ਹੈ। ਪੈਦਾ ਹੋਏ ਸ਼ੁਕਰਾਣੂ ਜਾਂ ਸਪਰਮਸ ਸ਼ੁਕਰਾਣੂ ਵਹਿਣੀ ਰਾਹੀਂ ਟਰੈਵਲ ਕਰਦੇ ਹਨ ਅਤੇ ਔਨ देयर ਵੇ ਮੂਤਰ ਮਸਾਨੇ ਤੋਂ ਆਉਣ ਵਾਲੀ ਮੂਤਰ ਵਹਿਣੀ ਨਾਲ ਮਿਲ ਕੇ ਸ਼ੁਕਰਾਣੂ ਵਹਿਣੀ ਇੱਕ ਕਾਮਨ ਟਿਊਬ ਬਣਾ ਲੈਂਦੀ ਹੈ ਜਿਸ ਨੂੰ ਯੂਰੀਥਰਾ ਕਹਿੰਦੇ ਹਨ। ਹੁਣ ਸਪਰਮਸ ਅਤੇ ਯੂਰਿਨ ਦੋਨੋਂ ਹੀ ਯੂਰੀਥਰਾ ਦੇ ਥਰੂ ਟਰੈਵਲ ਕਰਦੇ ਹਨ ਐਂਡ ਔਨ देयर ਵੇ ਉਹ ਰਸਤੇ ਵਿੱਚ ਦੋ ਗਲੈਂਡਸ ਤੋਂ ਉਹਨਾਂ ਦੀਆਂ ਸਿਕ੍ਰੀਸ਼ਨਸ ਕਲੈਕਟ ਕਰਦੇ ਹਨ, ਵੀਰਜ ਥੈਲੀ ਅਤੇ ਪ੍ਰੋਸਟੇਟ ਗਲੈਂਡ। ਵੀਰਜ ਥੈਲੀ ਸ਼ੁਕਰਾਣੂਆਂ ਨੂੰ ਇੱਕ ਲਿਕੁਇਡ ਮੀਡੀਅਮ ਪ੍ਰੋਵਾਈਡ ਕਰਦੀ ਹੈ ਤਾਂ ਕਿ ਉਹ ਈਜ਼ੀਲੀ ਟਰੈਵਲ ਕਰ ਸਕਣ ਅਤੇ ਪ੍ਰੋਸਟੇਟ ਗਲੈਂਡ ਸ਼ੁਕਰਾਣੂਆਂ ਨੂੰ ਨਰਿਸ਼ਮੈਂਟ ਪ੍ਰੋਵਾਈਡ ਕਰਦਾ ਹੈ, ਐਲਕਲਾਈਨ ਨਰਿਸ਼ਮੈਂਟ ਪ੍ਰੋਵਾਈਡ ਕਰਦਾ ਹੈ। Now here children see the structure of sperms. ਸ਼ੁਕਰਾਣੂਆਂ ਦਾ ਇੱਕ ਛੋਟਾ ਜਿਹਾ ਹੈਡ ਜਿਹਦੇ ਵਿੱਚ ਗੈਮੀਟਸ ਹੁੰਦੇ ਹਨ, ਜਿਹਦੇ ਵਿੱਚ ਨਿਊਕਲੀਅਸ ਹੁੰਦੇ ਹਨ ਅਤੇ ਇੱਕ ਟੇਲ ਹੁੰਦੀ ਹੈ। ਟੇਲ ਇਹਨਾਂ ਨੂੰ ਵਿਪ ਲਾਈਕ ਮੂਵਮੈਂਟ ਜਿਵੇਂ ਫਲੈਜੇਲਾ ਦੀਆਂ ਵਿਪ ਲਾਈਕ ਮੂਵਮੈਂਟਸ ਹੁੰਦੀਆਂ ਹਨ ਉਵੇਂ ਟਰੈਵਲ ਕਰਨ ਵਿੱਚ ਹੈਲਪ ਕਰਦੀ ਹੈ। Then comes a female reproductive system children. ਫੀਮੇਲ ਰਿਪਰੋਡਕਟਿਵ ਸਿਸਟਮ ਵਿੱਚ ਬੱਚਿਓ ਜ਼ਿਆਦਾਤਰ ਇਸ ਦੀ ਲੇਬਲਿੰਗ ਪੁੱਛ ਲਈ ਜਾਂਦੀ ਹੈ ਜੋ ਕਿ ਤੁਸੀਂ ਧਿਆਨ ਨਾਲ ਦੇਣੀ ਹੈ। ਇਸ ਦੇ ਵਿੱਚ 2 ਅੰਡਕੋਸ਼ ਪਾਏ ਜਾਂਦੇ ਹਨ। ਇਹ ਸਾਡੇ ਫੀਮੇਲਸ ਦੇ ਲੋਅਰ ਐਬਡੋਮਨ ਵਿੱਚ ਲੋਕੇਟਡ ਹੁੰਦੇ ਹਨ। ਵਾਰੀ-ਵਾਰੀ ਹਰ ਮਹੀਨੇ ਇੱਕ ਅੰਡਕੋਸ਼ ਇੱਕ ਅੰਡਾ ਇੱਕ ਅੰਡ ਸੈੱਲ ਰਿਲੀਜ਼ ਕਰਦਾ ਹੈ ਜੋ ਕਿ ਫੈਲੋਪੀਅਨ ਟਿਊਬ ਤੋਂ ਟਰੈਵਲ ਕਰਦਾ ਹੈ। ਫੈਲੋਪੀਅਨ ਟਿਊਬ ਵਿੱਚ ਹੀ ਫਰਟੀਲਾਈਜੇਸ਼ਨ ਨਿਸ਼ੇਚਨ ਦੀ ਕਿਰਿਆ ਹੁੰਦੀ ਹੈ। ਜਦੋਂ ਫਰਟੀਲਾਈਜੇਸ਼ਨ ਹੋ ਜਾਂਦੀ ਹੈ ਤਾਂ ਇੱਕ ਜ਼ਾਈਗੋਟ ਡਿਵੈਲਪ ਹੁੰਦਾ ਹੈ ਜੋ ਕਿ ਆਪਣੇ ਆਪ ਨੂੰ ਬੱਚੇਦਾਨੀ ਵਿੱਚ ਆ ਕੇ ਅਟੈਚ ਕਰ ਲੈਂਦਾ ਹੈ ਅਤੇ ਜਿਸ ਦੇ ਲਈ ਹਰ ਮਹੀਨੇ ਬੱਚੇਦਾਨੀ ਆਪਣੇ ਆਪ ਨੂੰ ਪ੍ਰਿਪੇਅਰ ਕਰਦੀ ਹੈ। ਪ੍ਰਿਪੇਅਰ ਕਰਨ ਦਾ ਕੀ ਮਤਲਬ ਹੈ ਕਿ ਐਕਸਟਰਾ ਬਲੱਡ ਵੈਸਲਸ ਯੂਟਰਸ ਤੱਕ ਪਹੁੰਚਦੀਆਂ ਹਨ ਤਾਂ ਕਿ ਜੇਕਰ ਗਰਭ ਧਾਰਨ ਹੁੰਦਾ ਹੈ ਅਤੇ ਜ਼ਾਈਗੋਟ ਉੱਥੇ ਆ ਕੇ ਅਟੈਚ ਹੁੰਦਾ ਹੈ ਤਾਂ growing embryo ਨੂੰ nourishment ਮਿਲ ਸਕੇ। Then comes cervix and yoni ਜਿਸ ਦੇ ਰਾਹੀਂ the child is delivered. Then comes children, what happens when the egg does not get fertilized? ਇਹ ਤਾਂ ਅਸੀਂ ਪੜ੍ਹ ਲਿਆ ਕਿ ਜਦੋਂ ਐਗ ਫਰਟੀਲਾਈਜ਼ ਹੁੰਦਾ ਹੈ ਤਾਂ ਜ਼ਾਈਗੋਟ ਆ ਕੇ ਅਟੈਚ ਕਰ ਲੈਂਦਾ ਹੈ ਪਰ ਜਦੋਂ ਫਰਟੀਲਾਈਜੇਸ਼ਨ ਨਹੀਂ ਹੁੰਦੀ ਤਾਂ ਕੀ ਹੁੰਦਾ ਹੈ? ਕਿਉਂਕਿ ਯੂਟਰਸ ਵਿੱਚ ਐਕਸਟਰਾ ਬਲੱਡ ਵੈਸਲਸ ਆ ਜਾਂਦੀਆਂ ਹਨ ਤਾਂ ਉਹ ਬਲੱਡ ਵੈਸਲਸ ਕਿੱਥੇ ਜਾਂਦੀਆਂ ਹਨ? ਐਵਰੀ ਮੰਥ the females the blood vessels they come out in the form of menstrual cycle. Then children, another important topic is
रिप्रोडक्टिव हेल्थ की है? द प्रेजेंस ऑफ हेल्दी रिप्रोडक्टिव ऑर्गन्स एंड देयर नॉर्मल फंक्शनिंग। मतलब रिप्रोडक्टिव ऑर्गन्स ਜਿਹੜੇ ਆਪਾਂ ਹੁਣੇ ਡਿਸਕਸ ਕੀਤੇ ਹਨ ਬੋਥ ਇਨ ਮੇਲਸ ਐਂਡ ਫੀਮੇਲਸ, ਉਹਨਾਂ ਦੀ ਨਾਰਮਲ ਫੰਕਸ਼ਨਿੰਗ ਅਤੇ ਉਹਨਾਂ ਦੇ ਬਾਰੇ ਅੱਛੀ ਸੋਚ, healthy behavioral and social attitude towards sex related factors in life is reproductive health. Children, ਜੇਕਰ reproductive health ਦਾ ਧਿਆਨ ਨਾ ਦਿੱਤਾ ਜਾਵੇ ਤਾਂ ਕੁਝ ਜਾਨਲੇਵਾ ਬਿਮਾਰੀਆਂ ਵੀ ਹੋ ਸਕਦੀਆਂ ਹਨ। ਇਹਨਾਂ ਵਿੱਚੋਂ ਕੁਝ ਬਿਮਾਰੀਆਂ ਬੈਕਟੀਰੀਆਸ ਕਾਜ਼ ਕਰਦੇ ਹਨ ਅਤੇ ਕੁਝ ਬਿਮਾਰੀਆਂ ਵਾਇਰਸਿਸ ਕਾਜ਼ ਕਰਦੇ ਹਨ। ਬੈਕਟੀਰੀਅਲ ਡਿਜ਼ੀਜ਼ਸ ਹਨ ਸਿਫਿਲਿਸ ਅਤੇ ਗੋਨੋਰੀਆ, ਜਦੋਂ ਕਿ ਵਾਇਰਲ ਡਿਜ਼ੀਜ਼ਸ ਹਨ ਵੌਟਸ ਅਤੇ HIV AIDS। ਇਹ ਚਾਰੋਂ ਡਿਜ਼ੀਜ਼ਸ ਕਮਿਊਨੀਕੇਬਲ ਡਿਜ਼ੀਜ਼ਸ ਹਨ। ਆਪਾਂ ਕਲਾਸ 9th ਵਿੱਚ ਪੜ੍ਹਿਆ ਸੀ ਚਿਲਡਰਨ ਕਮਿਊਨੀਕੇਬਲ ਡਿਜ਼ੀਜ਼ਸ। ਤਾਂ ਇਹ ਚਾਰੋਂ ਡਿਜ਼ੀਜ਼ਸ ਇੱਕ ਇਨਸਾਨ ਤੋਂ ਦੂਜੇ ਇਨਸਾਨ ਨੂੰ ਹੋ ਸਕਦੀਆਂ ਹਨ। ਸੋ ਵਨ ਨੀਡਸ ਟੂ ਬੀ ਵੈਰੀ ਕੇਅਰਫੁਲ। then comes children contraception, मतलब गर्भ निरोधन। गर्भ निरोधन दियां आम करके 3 विधियां देखने ਨੂੰ ਮਿਲਦੀਆਂ ਹਨ। सब तो पहली है यंत्रिक विधि या मैकेनिकल मैथड। यंत्रिक विधि विच शुक्राणुओं ਨੂੰ अंड सेल तक ही नहीं पहुंचन दिता ਜਾਂਦਾ, ਜਿਵੇਂ कि निरोध, कॉपर्टी ਜਾਂ लूप ਦਾ उपयोग ਕੀਤਾ ਜਾਂਦਾ है। The second method is hormonal method ਜਾਂ ਰਸਾਇਣਿਕ ਵਿਧि। ਇਸ ਦੇ ਵਿੱਚ ਹਾਰਮੋਨਸ ਦਾ ਸੰਤੁਲਨ ਫੀਮੇਲ ਦੀ ਬਾਡੀ ਵਿੱਚ ਚੇਂਜ ਕਰ ਦਿੱਤਾ ਜਾਂਦਾ ਹੈ ਤਾਂ ਜੋ ਐਗ ਜਾਂ ਤਾਂ ਡਿਵੈਲਪ ਨਾ ਹੋਏ ਜਾਂ ਫਿਰ ਫਰਟੀਲਾਈਜ਼ ਨਾ ਹੋਵੇ। ਇਹ ਸਟੀਰੋਇਡਸ ਮਾਰਕੀਟ ਵਿੱਚ ਬੜੀ ਈਜ਼ੀਲੀ ਅਵੇਲੇਬਲ ਹੁੰਦੇ ਹਨ ਅਤੇ ਫੀਮੇਲਸ ਇਹਨਾਂ ਨੂੰ ਇੱਕ ਗੋਲੀ ਦੇ ਰੂਪ ਵਿੱਚ ਲੈਂਦੀਆਂ ਹਨ। The third method is surgical method। surgical method ਵਿੱਚ children ਜਾਂ ਤਾਂ ਮੇਲਸ ਦੀ ਵਾਸ ਡਿਫਰੈਂਸ ਵਿੱਚ ਜਾਂ ਫੀਮੇਲਸ ਦੀ ਫੈਲੋਪੀਅਨ ਟਿਊਬ ਵਿੱਚ ਰੋਕ ਪਾ ਦਿੱਤੀ ਜਾਂਦੀ ਹੈ ਤਾਂ ਜੋ ਸ਼ੁਕਰਾਣੂ ਇਨ ਕੇਸ ਆਫ ਮੇਲਸ ਅਤੇ ਓਵਾ ਇਨ ਕੇਸ ਆਫ ਫੀਮੇਲਸ ਰਿਲੀਜ਼ ਹੀ ਨਾ ਹੋ ਸਕੇ। Then here are some important questions for you children. The first one is ਲੂਪ ਦਾ ਬੱਚੇਦਾਨੀ ਵਿੱਚ ਸਥਾਪਿਤ ਕਰਨਾ ਗਰਭ ਨਿਰੋਧਨ ਦੀ ਕਿਹੜੀ ਵਿਧੀ ਹੈ? ਆਪਾਂ 3 ਵਿਧੀਆਂ ਪੜ੍ਹੀਆਂ ਹਨ ਤਾਂ ਇਹ ਹੈ mechanical method, that is ਯੰਤਰਿਕ ਵਿਧੀ। The second question is ਸਰਜੀਕਲ ਤਕਨੀਕ ਦੁਆਰਾ ਨਰ ਦੀ ਸ਼ੁਕਰਾਣੂ ਵਹਿਣੀ ਵਿੱਚ ਰੋਕ ਪਾਉਣ ਦੀ ਕਿਰਿਆ ਨੂੰ ਕੀ ਕਹਿੰਦੇ ਹਨ? Yes children, that is called vasectomy, that is ਨਸਬੰਦੀ। ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦਾ ਲੈਕਚਰ ਇੰਟਰਸਟਿੰਗ ਲੱਗਿਆ ਹੋਵੇਗਾ ਅਤੇ ਸਾਰੇ ਟੌਪਿਕਸ ਆਪਾਂ ਰਿਵਾਈਜ਼ ਕਰ ਲਏ ਹਨ। ਘਰ ਜਾ ਕੇ ਇਹਨਾਂ ਨੂੰ ਜ਼ਰੂਰ ਇੱਕ ਵਾਰੀ ਪੜ੍ਹਨਾ ਹੈ ਤਾਂ ਕਿ ਪੇਪਰਾਂ ਵਿੱਚ ਕੋਈ ਮੁਸ਼ਕਿਲ ਨਾ ਆਵੇ। ਅਤੇ ਜੇਕਰ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਇਸ ਨਾਲ ਸੰਬੰਧਿਤ ਤਾਂ ਮੇਰੇ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਥੈਂਕ ਯੂ।